ਅੱਜ ਆਓ ਅਸੀਂ ਸੱਚਾ ਵਿਸ਼ਵਾਸ ਅਤੇ ਅਣਡਿੱਠੀ ਦੁਨੀਆ ਸਿਰਲੇਖ ਦੇ ਦੁਆਰਾ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ। ਇਸ ਉਪਦੇਸ਼ ਦੁਆਰਾ ਆਓ ਅਸੀਂ ਬਾਈਬਲ ਵਿੱਚ ਇਸ ਸਵਾਲ ਦਾ ਜਵਾਬ ਜਾਣੀਏ ਕਿ ਸਾਡਾ ਸੱਚਾ ਵਿਸ਼ਵਾਸ ਕਦੋਂ ਪ੍ਰਗਟ ਹੋਵੇਗਾ। ਭਰਾਵੋ ਅਤੇ ਭੈਣੋ, ਕਿ ਕਿਸੇ ਨੂੰ ਵਿਸ਼ਵਾਸ ਤੋਂ ਬਿਨਾਂ ਬਚਾਇਆ ਜਾ ਸਕਦਾ ਹੈ? ਬਾਈਬਲ ਪੱਕੇ ਤੌਰ ਤੇ ਕਹਿੰਦੀ ਹੈ ਕਿ ਵਿਸ਼ਵਾਸ ਤੋਂ ਬਿਨਾਂ ਬਚਾਇਆ ਜਾਣਾ ਅਸੰਭਵ ਹੈ। ਪਰਮੇਸ਼ਵਰ ਦੇ ਵਚਨਾਂ ਨੂੰ ਮੰਨਣ ਲਈ ਜੋ ਸਾਨੂੰ ਚਾਹੀਦਾ ਹੈ ਉਹ ਹੈ ਵਿਸ਼ਵਾਸ। ਇਸ ਦੇ ਇਲਾਵਾ ਜਦੋਂ ਅਸੀਂ ਆਗਿਆਕਾਰੀ ਹੁੰਦੇ ਹਾਂ ਤਾਂ ਪਰਮੇਸ਼ਵਰ ਦੇ ਹੁਕਮਾਂ, ਨਿਯਮਾਂ ਅਤੇ ਸਿੱਖਿਆਵਾਂ ਦਾ ਪਾਲਨ ਕਰਨਾ ਸੰਭਵ ਹੈ। ਅਸੀਂ ਇਸ ਗੱਲ ਦੀ ਪੁਸ਼ਟੀ ਕਰਨ ਵਿੱਚ ਅਸਮਰਥੀ ਹਾਂ ਕਿ ਸਾਡਾ ਵਿਸ਼ਵਾਸ ਮਜ਼ਬੂਤ ਹੈ ਜਾਂ ਕਮਜ਼ੋਰ, ਕਿਉਂਕਿ ਵਿਸ਼ਵਾਸ ਅਣਡਿੱਠੀ ਆਤਮਿਕ ਦੁਨੀਆ ਵਿੱਚ ਰਹਿੰਦਾ ਹੈ। ਹਾਲਾਂਕਿ ਸਾਡੇ ਵਿਸ਼ਵਾਸ ਨੂੰ ਦੇਖਣਾ ਸੰਭਵ ਹੈ। ਜਿਨ੍ਹਾਂ ਵੱਖ-ਵੱਖ ਹਾਲਾਤਾਂ ਤੋਂ ਅਸੀਂ ਲੰਘਦੇ ਹਾਂ ਉਹਨਾਂ ਤੋਂ ਪ੍ਰਗਟ ਹੋਵੇਗਾ ਕਿ ਸਾਡੇ ਕੋਲ ਕਿਸ ਤਰ੍ਹਾਂ ਦਾ ਵਿਸ਼ਵਾਸ ਹੈ। ਤੁਹਾਡੇ ਸਕੂਲ ਦੇ ਦਿਨਾਂ ਵਿੱਚ ਕੀ ਤੁਸੀਂ ਕਦੇ ਵਿਗਿਆਨ ਦੀ ਕਲਾਸ ਵਿੱਚ ਲਿਟਮਸ ਪੇਪਰ ਟੈਸਟ ਦੀ ਵਰਤੋਂ ਕੀਤੀ ਤਾਂ ਜੋ ਇਸ ਨੂੰ ਜਾਣਿਆ ਜਾ ਸਕੇ ਕਿ ਕੋਈ ਤੇਜ਼ਾਬੀ ਜਾਂ ਖਾਰੀ ਹੈ? ਪਹਿਲੀ ਨਜ਼ਰ ਤੇ ਅਸੀਂ ਨਹੀਂ ਪਛਾਣ ਸਕਦੇ ਕਿ ਕੋਈ ਘੋਲ ਤੇਜ਼ਾਬੀ ਹੈ ਜਾਂ ਖਾਰੀ। ਅਸੀਂ ਸਿਰਫ ਆਪਣੀਆਂ ਅੱਖਾਂ ਨਾਲ ਨਹੀਂ ਦੱਸ ਸਕਦੇ, ਪਰ ਜਦੋਂ ਲਿਟਮਸ ਪੇਪਰ ਨੂੰ ਇੱਕ ਘੋਲ ਵਿੱਚ ਰੱਖਿਆ ਜਾਂਦਾ ਹੈ, ਇਹ ਪਛਾਣ ਕਰਨ ਲਈ ਰੰਗ ਬਦਲ ਦੇਵੇਗਾ ਕਿ ਇਹ ਤੇਜ਼ਾਬ ਹੈ ਜਾਂ ਖਾਰੀ ਹੈ। ਤੁਸੀਂ ਇਸ ਨੂੰ ਆਪਣੇ ਸਕੂਲ ਦੇ ਦਿਨਾਂ ਤੋਂ ਯਾਦ ਕਰ ਸਕਦੇ ਹੋ। ਸਾਡੇ ਵਿਸ਼ਵਾਸ ਦੇ ਨਾਲ ਵੀ ਅਜਿਹਾ ਹੀ ਹੈ ਕਿ ਸਿਰਫ ਸਾਡੀਆਂ ਅੱਖਾਂ ਨਾਲ ਵਿਸ਼ਵਾਸ ਦੀ ਦੁਨੀਆ ਨੂੰ ਦੇਖਣਾ ਸੰਭਵ ਹੈ। ਨਹੀਂ, ਅਸੀਂ ਨਹੀਂ ਦੇਖ ਸਕਦੇ। ਫਿਰ ਪਰਮੇਸ਼ਵਰ ਸਾਡੇ ਵਿਸ਼ਵਾਸ ਨੂੰ ਕਿਵੇਂ ਮਾਪਦੇ ਹਨ ਜੋ ਅਣਡਿੱਠਾ ਹੈ? ਇਹ ਉਹ ਸਮਾਂ ਹੈ ਜਦੋਂ ਉਹ ਸਾਡੇ ਉੱਤੇ ਆਤਮਿਕ ਲਿਟਮਸ ਟੈਸਟ ਦਾ ਉਪਯੋਗ ਕਰਦੇ ਹਨ। ਸਾਡੇ ਸਾਹਮਣੇ ਆਉਣ ਵਾਲੇ ਹਰ ਹਾਲਾਤ ਨੂੰ ਸਾਡੇ ਵਿੱਚੋਂ ਹਰੇਕ ਦੇ ਵਿਸ਼ਵਾਸ ਦੀ ਮਾਤਰਾ ਨੂੰ ਪ੍ਰਗਟ ਕਰਨ ਲਈ ਖਾਸ ਤੌਰ ਤੇ ਤਿਆਰ ਕੀਤਾ ਗਿਆ ਹੈ। ਜੋ ਲੋਕ ਕਿਸੇ ਵੀ ਹਾਲਾਤ ਵਿੱਚ ਕਦੀ ਨਹੀਂ ਡਗਮਗਾਉਂਦੇ, ਉਹ ਅੰਤ ਤੱਕ ਪਰਮੇਸ਼ਵਰ ਉੱਤੇ ਪੂਰਨ ਵਿਸ਼ਵਾਸ ਰੱਖਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਪਰਮੇਸ਼ਵਰ ਹਮੇਸ਼ਾ ਉਹਨਾਂ ਨਾਲ ਹਨ। ਇਸ ਦੇ ਉਲਟ ਕਮਜ਼ੋਰ ਵਿਸ਼ਵਾਸ ਵਾਲੇ ਲੋਕ ਆਸਾਨੀ ਨਾਲ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਪ੍ਰਭਾਵਿਤ ਹੁੰਦੇ ਹਨ। ਇੱਕ ਦਿਨ ਆਵੇਗਾ ਜਦੋਂ ਉਹਨਾਂ ਦਾ ਵਿਸ਼ਵਾਸ ਪ੍ਰਗਟ ਹੋ ਜਾਵੇਗਾ। ਇਸ ਲਈ ਬਾਈਬਲ ਕਹਿੰਦੀ ਹੈ, ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਸ਼ਚਾ ਵਿੱਚ ਹੋ ਜਾਂ ਨਹੀਂ। ਆਓ ਅਸੀਂ ਦੂਜਾ ਕੁਰਿੰਥੀਓ ਅਧਿਆਇ 13 ਤੇ ਇੱਕ ਨਜ਼ਰ ਪਾਈਏ। ਦੂਜਾ ਕੁਰਿੰਥੀਓ ਅਧਿਆਇ 13 ਵਚਨ 5, ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਸ਼ਚਾ ਵਿੱਚ ਹੋ ਜਾਂ ਨਹੀਂ। ਸਾਨੂੰ ਆਪਣੇ ਆਪ ਨੂੰ ਪਰਤਾਉਣਾ ਚਾਹੀਦਾ ਹੈ ਕਿ ਵਿਸ਼ਵਾਸ ਵਿੱਚ ਹੈ ਜਾਂ ਨਹੀਂ। ਵਿਸ਼ਵਾਸ ਤੋਂ ਬਿਨਾਂ ਮੁਕਤੀ ਪ੍ਰਾਪਤ ਕਰਨਾ ਅਸੰਭਵ ਹੈ। ਇਹ ਲਿਖਿਆ ਹੈ, ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਸ਼ਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ। ਸਾਨੂੰ ਇਹ ਦੇਖਣ ਲਈ ਖੁਦ ਨੂੰ ਪਰਤਾਉਣ ਦੀ ਲੋੜ ਹੈ ਕਿ ਅਸੀਂ ਅਸਲ ਵਿੱਚ ਵਿਸ਼ਵਾਸ ਵਿੱਚ ਹਾਂ, ਅਥਵਾ ਕਿ ਤੁਸੀਂ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ। ਮਸੀਹ ਸਾਡੇ ਵਿੱਚ ਹੈ। ਇੰਨਾ ਹੀ ਨਹੀਂ, ਆਤਮਾ ਤੇ ਲਾੜੀ ਵੀ ਸਾਡੇ ਨਾਲ ਹਨ। ਅਸੀਂ ਸਾਰੇ ਮੰਨਦੇ ਹਾਂ ਕਿ ਸਾਡੇ ਕੋਲ ਦ੍ਰਿੜ ਵਿਸ਼ਵਾਸ ਹੈ। ਹਾਲਾਂਕਿ ਜੇਕਰ ਸਾਡਾ ਵਿਸ਼ਵਾਸ ਉਹਨਾਂ ਹਾਲਾਤਾਂ ਦੇ ਅਨੁਸਾਰ ਬਦਲਦਾ ਹੈ, ਫਿਰ ਅਸੀਂ ਸਮਝ ਸਕਦੇ ਹਾਂ ਕਿ ਸਾਡਾ ਵਿਸ਼ਵਾਸ ਅਸਲ ਵਿੱਚ ਉਨਾ ਮਜ਼ਬੂਤ ਨਹੀਂ ਸੀ ਜਿੰਨਾ ਅਸੀਂ ਸੋਚਿਆ ਸੀ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਆਓ ਅਸੀਂ ਦੁਬਾਰਾ ਵਚਨ 5 ਦੇਖੀਏ। ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਸ਼ਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ, ਅਥਵਾ ਕਿ ਤੁਸੀਂ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ। ਜੇ ਤੁਸੀਂ ਅਪਰਵਾਨ ਨਾ ਹੋ, ਜੇਕਰ ਤੁਸੀਂ ਜਾਂਚ ਵਿੱਚ ਅਪਰਵਾਨ ਨਿਕਲੋ ਤਾਂ ਤੁਸੀਂ ਮੁਕਤੀ ਪ੍ਰਾਪਤ ਕਰਨ ਵਿੱਚ ਅਸਫਲ ਹੁੰਦੇ ਹੋ। ਜੇਕਰ ਪਰਮੇਸ਼ਵਰ ਕਹਿੰਦੇ ਹਨ ਕਿ ਅਸੀਂ ਟੈਸਟ ਵਿੱਚ ਅਸਫਲ ਹੋਏ ਹਾਂ, ਫਿਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਮੁਕਤੀ ਪ੍ਰਾਪਤ ਕਰਨ ਅਤੇ ਸਵਰਗ ਵਿੱਚ ਪ੍ਰਵੇਸ਼ ਕਰਨ ਤੋਂ ਬਾਹਰ ਰੱਖਿਆ ਗਿਆ ਹੈ। ਵਚਨ 6 ਕਹਿੰਦਾ ਹੈ, ਪਰ ਮੈਨੂੰ ਆਸ ਹੈ ਜੋ ਤੁਸੀਂ ਮਾਲੂਮ ਕਰ ਲਓਗੇ ਭਾਈ ਅਸੀਂ ਅਪਰਵਾਨ ਨਹੀਂ, ਔਰ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਜੋ ਤੁਸੀਂ ਕੁਝ ਬੁਰਾ ਨਾ ਕਰੋ।
ਇਸ ਲਈ ਨਹੀਂ ਜੋ ਅਸੀਂ ਪ੍ਰਵਾਨ ਮਾਲੂਮ ਹੋਈਏ। ਸਾਨੂੰ ਹਮੇਸ਼ਾ ਖੁਦ ਨੂੰ ਪਰਤਾਉਣਾ ਚਾਹੀਦਾ ਹੈ ਕਿ ਅਸੀਂ ਵਿਸ਼ਵਾਸ ਵਿੱਚ ਹਾਂ ਜਾਂ ਨਹੀਂ। ਕੀ ਮੈਂ ਅਸਲ ਵਿੱਚ ਹਰ ਦਿਨ ਵਿਸ਼ਵਾਸ ਵਿੱਚ ਜੀ ਰਿਹਾ ਹਾਂ? ਉਹ ਸਭ ਕੁਝ ਕੀ ਹੈ ਜੋ ਵਿਸ਼ਵਾਸ ਤੋਂ ਬਿਨਾਂ ਕੀਤਾ ਜਾਂਦਾ ਹੈ? ਉਹ ਪਾਪ ਹੈ। ਬਾਈਬਲ ਸਾਨੂੰ ਇਸ ਗੱਲ ਲਈ ਜਾਗਰੂਕ ਕਰਦੀ ਹੈ ਕਿ ਜੋ ਕੁਝ ਵੀ ਬਿਨਾਂ ਵਿਸ਼ਵਾਸ ਤੋਂ ਕੀਤਾ ਜਾਂਦਾ ਹੈ ਉਹ ਪਰਮੇਸ਼ਵਰ ਦੀ ਨਜ਼ਰ ਵਿੱਚ ਇੱਕ ਪਾਪ ਹੈ। ਫਿਰ ਹੁਣ ਤੋਂ ਸਾਨੂੰ ਕੀ ਕਰਨਾ ਚਾਹੀਦਾ ਹੈ? ਭਾਵੇਂ ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਹੋਣ, ਸਾਨੂੰ ਹਮੇਸ਼ਾ ਸਾਡੇ ਨਾਲ ਬਣਾਏ ਗਏ ਪਰਮੇਸ਼ਵਰ ਦੇ ਨੇਮ ਦੇ ਰਾਹ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਜੇਕਰ ਅਫਵਾਹਾਂ ਅਤੇ ਮੁਸ਼ਕਲ ਹਾਲਾਤਾਂ ਕਰਕੇ ਸਾਡਾ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਹੈ ਜਾਂ ਗਾਇਬ ਹੋ ਜਾਂਦਾ ਹੈ, ਫਿਰ ਪਰਮੇਸ਼ਵਰ ਅਸਲ ਵਿੱਚ ਸਾਡੇ 'ਚ ਨਹੀਂ ਹਨ, ਹੈ ਨਾ? ਮਤੀ ਅਧਿਆਇ 7 ਵਿੱਚ ਅਸੀਂ ਇਸ ਮਾਮਲੇ ਦੇ ਬਾਰੇ ਯੀਸ਼ੂ ਦੀ ਸਿੱਖਿਆ ਦੀ ਪੁਸ਼ਟੀ ਕਰ ਸਕਦੇ ਹਾਂ। ਆਓ ਅਸੀਂ ਮਤੀ ਅਧਿਆਇ 7 ਵਚਨ 24 ਦੇਖੀਏ। ਸੋ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਨੇ ਪੱਥਰ ਉੱਤੇ ਆਪਣਾ ਘਰ ਬਣਾਇਆ, ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ, ਪਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਨਿਉ ਪੱਥਰ ਉੱਤੇ ਧਰੀ ਹੋਈ ਸੀ। ਅਤੇ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਤੇ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਨੇ ਆਪਣਾ ਘਰ ਰੇਤ ਉੱਤੇ ਬਣਾਇਆ, ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ, ਅਤੇ ਕੀ ਹੋਇਆ? ਉਹ ਢਹਿ ਪਿਆ ਤੇ ਉਹਦਾ ਵੱਡਾ ਨਾਸ ਹੋਇਆ। ਸਧਾਰਨ ਸਮੇਂ ਵਿੱਚ ਰੇਤ ਉੱਤੇ ਬਣਿਆ ਘਰ ਅਤੇ ਪੱਥਰ ਉੱਤੇ ਬਣਿਆ ਘਰ ਦੋਨੋਂ ਹੀ ਚੰਗੀ ਤਰ੍ਹਾਂ ਬਣੇ ਹੋਏ ਦਿਖਾਈ ਦਿੰਦੇ ਹਨ। ਹਾਲਾਂਕਿ ਜਦੋਂ ਮੀਂਹ ਆਉਂਦਾ ਹੈ ਅਤੇ ਹੜ੍ਹ ਆਉਂਦੇ ਹਨ ਅਤੇ ਹਨੇਰੀਆਂ ਚੱਲਦੀਆਂ ਹਨ ਅਤੇ ਹਰ ਕਿਸਮ ਦੀਆਂ ਅਕਲਪਨਾਯੋਗ ਸਥਿਤੀਆਂ ਪੈਦਾ ਹੁੰਦੀਆਂ ਹਨ, ਫਿਰ ਸਾਨੂੰ ਪਤਾ ਚੱਲਦਾ ਹੈ ਕਿ ਉਸ ਵਿਸ਼ਵਾਸ ਦਾ ਘਰ ਪੱਥਰ ਦੀ ਨੀਂਹ ਉੱਤੇ ਬਣਾਇਆ ਗਿਆ ਹੈ, ਜਾਂ ਇਹ ਉਹ ਘਰ ਹੈ ਜੋ ਨਸ਼ਟ ਹੋਵੇਗਾ। ਇਹ ਅੰਤ ਵਿੱਚ ਪ੍ਰਗਟ ਕੀਤਾ ਜਾਵੇਗਾ। ਇਸ ਕਰਕੇ ਬਾਈਬਲ ਕਹਿੰਦੀ ਹੈ, ਹਮੇਸ਼ਾ ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਸ਼ਚਾ ਵਿੱਚ ਹੋ ਜਾਂ ਨਹੀਂ। ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਮੈਂ ਅਸਲ ਵਿੱਚ ਉਸ ਵਿਸ਼ਵਾਸ ਵਿੱਚ ਦ੍ਰਿੜ ਹਾਂ ਜੋ ਪਿਤਾ ਅਤੇ ਮਾਤਾ ਜੀ ਦੇ ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਕੌਣ ਸਾਡੀ ਸਹਾਇਤਾ ਕਰ ਰਹੇ ਹਨ? ਕੌਣ ਸਾਡੀ ਅਗਵਾਈ ਕਰ ਰਹੇ ਹਨ? ਸਿਯੋਨ ਕਿਸ ਤਰ੍ਹਾਂ ਦੀ ਜਗ੍ਹਾ ਹੈ? ਭਾਵੇਂ ਪਰਮੇਸ਼ਵਰ ਸਾਨੂੰ ਸਮੇਂ-ਸਮੇਂ ਤੇ ਦੱਸਦੇ ਰਹਿੰਦੇ ਹਨ ਕਿ ਸਿਯੋਨ ਇੱਕ ਸ਼ਾਂਤੀ ਨਾਲ ਭਰਪੂਰ ਨਿਵਾਸ ਸਥਾਨ ਹੈ, ਪਰ ਕੀ ਮੈਂ ਉਸ ਉੱਤੇ ਕੋਈ ਸ਼ੱਕ ਤਾਂ ਨਹੀਂ ਕਰਦਾ? ਭਰਾਵੋ ਅਤੇ ਭੈਣੋ, ਸਿਯੋਨ ਉਹ ਜਗ੍ਹਾ ਹੈ ਜਿੱਥੇ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੇ ਨਾਲ ਹਾਂ। ਇਸੇ ਕਰਕੇ ਇਹ ਦੂਜਾ ਕੁਰਿੰਥੀਓ ਅਧਿਆਇ 13 ਵਿੱਚ ਲਿਖਿਆ ਗਿਆ ਹੈ, ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਸ਼ਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ। ਸਾਰੇ ਲੋਕੋ ਬਿਨਾਂ ਕਿਸੇ ਵਿਸ਼ਵਾਸ ਤੋਂ ਪਰਮੇਸ਼ਵਰ ਨੂੰ ਮੰਨਣ ਦਾ ਕੀ ਮਤਲਬ ਹੈ? ਅਸੀਂ ਸਬਤ ਦੇ ਦਿਨ ਉੱਤੇ ਪਰਮੇਸ਼ਵਰ ਦੇ ਵਚਨਾਂ ਨੂੰ ਕਿਉਂ ਸੁਣਦੇ ਹਾਂ ਅਤੇ ਉਹਨਾਂ ਦੀਆਂ ਸਾਰੀਆਂ ਸਿੱਖਿਆਵਾਂ ਸਿੱਖਣ ਦੀ ਕੋਸ਼ਿਸ਼ ਕਿਉਂ ਕਰਦੇ ਹਾਂ? ਕਿ ਇਹ ਸਾਡੇ ਲਈ ਵਿਸ਼ਵਾਸ ਵਿੱਚ ਵਧਣ ਅਤੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਅਨੁਸਾਰ ਜੀਣ ਲਈ ਨਹੀਂ ਹੈ। ਪਰਮੇਸ਼ਵਰ ਸਾਡੇ ਵਿਸ਼ਵਾਸ ਨੂੰ, ਜਿਸ ਨੂੰ ਦੇਖਿਆ ਨਹੀਂ ਜਾ ਸਕਦਾ, ਪ੍ਰਗਟ ਕਰਨ ਲਈ ਸਾਨੂੰ ਵੱਖ-ਵੱਖ ਹਾਲਾਤ ਪ੍ਰਦਾਨ ਕਰਦੇ ਹਨ। ਪ੍ਰਤੀਨਿਧੀ ਉਦਾਹਰਨ ਜੰਗਲ ਵਿੱਚ ਇਜ਼ਰਾਈਲੀਆਂ ਦੀ 40 ਸਾਲਾਂ ਦੀ ਯਾਤਰਾ ਹੈ। ਜਦੋਂ ਉਹ ਮਿਸਰ ਤੋਂ ਬਾਹਰ ਆਏ ਤਾਂ ਇਜ਼ਰਾਈਲੀਆਂ ਕੋਲ ਕਿਸ ਤਰ੍ਹਾਂ ਦੀਆਂ ਉਮੀਦਾਂ ਸੀ? ਮਿਸਰ ਤੋਂ ਬਾਹਰ ਆਉਣ ਤੇ ਉਹਨਾਂ ਨੇ ਕਿਹਾ, ਸਾਡੇ ਸਰਬ ਸ਼ਕਤੀਮਾਨ ਪਰਮੇਸ਼ਵਰ ਕਿੰਨੇ ਮਹਾਨ ਹਨ, ਜਿਨ੍ਹਾਂ ਨੇ ਮਿਸਰ ਦੇ ਰਾਜਾ ਫਿਰੌਨ ਨੂੰ ਹਰਾ ਦਿੱਤਾ। 10 ਵਿਪੱਤੀਆਂ ਦੇ ਦੁਆਰਾ ਪਰਮੇਸ਼ਵਰ ਦੀ ਸਮਰਥ ਨੂੰ ਦੇਖਣ ਤੋਂ ਬਾਅਦ ਇਜ਼ਰਾਈਲੀ ਇਹ ਮਹਿਸੂਸ ਕਰਨ ਕਰਕੇ ਮਿਸਰ ਤੋਂ ਬਾਹਰ ਨਿਕਲੇ ਕਿ ਪਰਮੇਸ਼ਵਰ ਹਰ ਚੀਜ਼ ਕਾਬੂ ਕਰਦੇ ਹਨ। ਜੇਕਰ ਉਹ ਅਸਥਾਈ ਵਿਸ਼ਵਾਸ ਸੀ, ਉਹਨਾਂ ਨੇ ਵਿਸ਼ਵਾਸ ਦੇ ਨਾਲ-ਨਾਲ ਸਮੁੰਦਰ ਨੂੰ 2 ਭਾਗਾਂ ਵਿੱਚ ਵੰਡਣ ਵਾਲੇ ਪਰਮੇਸ਼ਵਰ ਦੇ ਸ਼ਾਨਦਾਰ ਕੰਮ ਨੂੰ ਦੇਖਿਆ ਅਤੇ ਉਸ ਨੂੰ ਪਾਰ ਵੀ ਕੀਤਾ। ਇੰਨਾ ਹੀ ਨਹੀਂ, ਉਹਨਾਂ ਨੇ ਪਰਮੇਸ਼ਵਰ ਦੀ ਸ਼ਾਨਦਾਰ ਅਤੇ ਨਿਰਵਿਘਨ ਸ਼ਕਤੀ ਨੂੰ ਵੀ ਦੇਖਿਆ, ਜਿਨ੍ਹਾਂ ਨੇ ਸਾਰੀ ਮਿਸਰੀ ਸੈਨਾ ਨੂੰ 21 ਵਾਰ ਵਿੱਚ ਨਸ਼ਟ ਕੀਤਾ। ਪਰ ਫਿਰ ਉਹਨਾਂ ਨੇ ਜੰਗਲ ਵਿੱਚ ਪ੍ਰਵੇਸ਼ ਕੀਤਾ। ਸੱਚਮੁੱਚ ਇਹ ਇੱਕ ਜੰਗਲ ਸੀ। ਉਹਨਾਂ ਨੇ ਸੋਚਿਆ ਕਿ ਯਾਤਰਾ ਵਿੱਚ 1 ਮਹੀਨੇ ਦਾ ਸਮਾਂ ਲੱਗੇਗਾ,
ਪਰ ਜਿਵੇਂ ਜਿਵੇਂ ਇਹ ਯਾਤਰਾ ਉਮੀਦ ਤੋਂ ਜ਼ਿਆਦਾ ਸਮੇਂ ਲੈਂਦੀ ਗਈ ਤਾਂ ਉਹਨਾਂ ਦਾ ਭੋਜਨ ਖਤਮ ਹੋ ਗਿਆ। ਉਹਨਾਂ ਨੇ ਪਾਣੀ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੰਗਲ ਵਿੱਚ ਵਗਣ ਵਾਲੀ ਕੋਈ ਵੀ ਨਦੀ ਨਹੀਂ ਮਿਲੀ। ਉਹਨਾਂ ਦੇ ਪੀਣ ਲਈ ਕੋਈ ਪਾਣੀ ਨਹੀਂ ਸੀ। ਜਿਵੇਂ ਜਿਵੇਂ ਉਹਨਾਂ ਦਾ ਵਾਤਾਵਰਣ ਅਣਉਚਿਤ ਹੁੰਦਾ ਗਿਆ ਅਤੇ ਉਹਨਾਂ ਨੂੰ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ, ਉਹ ਆਪਣਾ ਵਿਸ਼ਵਾਸ ਗਵਾਉਣ ਲੱਗੇ। ਆਖਰਕਾਰ ਉਹਨਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਖਤਮ ਹੋ ਗਿਆ। ਜਦੋਂ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਬੁੜਬੁੜਾਏ ਅਤੇ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਵੀ ਅਜਿਹਾ ਕੀਤਾ। ਭਰਾਵੋ ਅਤੇ ਭੈਣੋ, ਦੂਜਾ ਕੁਰਿੰਥੀਓ ਅਧਿਆਇ 13 ਵਚਨ 5 ਕੀ ਕਹਿੰਦਾ ਹੈ ਕਿ ਸਾਨੂੰ ਆਪਣੇ ਵਿਸ਼ਵਾਸ ਨਾਲ ਕੀ ਕਰਨਾ ਚਾਹੀਦਾ ਹੈ। ਸਾਨੂੰ ਹਮੇਸ਼ਾ ਇਹ ਜਾਂਚਣਾ ਅਤੇ ਪਰਖਣਾ ਚਾਹੀਦਾ ਹੈ ਕਿ ਪਰਮੇਸ਼ਵਰ ਦੇ ਸਾਹਮਣੇ ਸਾਡਾ ਵਿਸ਼ਵਾਸ ਸਹੀ ਹੈ ਜਾਂ ਨਹੀਂ। ਇਜ਼ਰਾਈਲੀਆਂ ਨੇ ਆਖਰਕਾਰ ਪਰਮੇਸ਼ਵਰ ਦੇ ਪ੍ਰਤੀ ਵਿਸ਼ਵਾਸ ਗਵਾ ਦਿੱਤਾ। ਜਦੋਂ ਉਹ ਪਸਾ ਦੀ ਸ਼ਕਤੀ ਨਾਲ ਮਿਸਰ ਤੋਂ ਬਾਹਰ ਨਿਕਲੇ ਤਦ ਫਿਰੌਨ ਨੇ ਵੀ, ਜਿਸ ਦੇ ਕੋਲ ਮਹਾਨ ਅਧਿਕਾਰ ਸੀ, ਪੂਰੀ ਤਰ੍ਹਾਂ ਪਰਮੇਸ਼ਵਰ ਦੇ ਸਾਹਮਣੇ ਆਤਮ ਸਮਰਪਣ ਕੀਤਾ। ਤੁਸੀਂ ਸਭ ਮੁਕਤ ਹੋ, ਹੁਣ ਮਿਸਰ ਵਿੱਚ ਨਾ ਰਹੋ, ਹੁਣ ਇਸ ਦੇਸ਼ ਤੋਂ ਚਲੇ ਜਾਓ। ਕਿ ਇਸ ਤਰ੍ਹਾਂ ਇਜ਼ਰਾਈਲੀਆਂ ਨੇ ਪਸਾ ਦੀ ਸ਼ਕਤੀ ਨਾਲ ਮੁਕਤ ਹੋ ਕੇ ਜੰਗਲ ਵਿੱਚ ਆਪਣਾ ਜੀਵਨ ਸ਼ੁਰੂ ਨਹੀਂ ਕੀਤਾ ਸੀ। ਜੰਗਲ ਵਿੱਚ ਉਹਨਾਂ ਉੱਤੇ ਜ਼ੁਲਮ ਕਰਨ ਵਾਲਾ ਕੋਈ ਫਿਰੌਨ ਨਹੀਂ ਸੀ। ਉਹਨਾਂ ਦਾ ਮਜ਼ਾਕ ਉਡਾਉਣ ਵਾਲਾ ਕੋਈ ਮਿਸਰੀ ਨਹੀਂ ਸੀ। ਉੱਥੇ ਕੋਈ ਜ਼ੁਲਮ ਕਰਨ ਵਾਲਾ ਨੌਕਰ ਚਾਲਕ ਨਹੀਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਕੁੱਟਿਆ ਸੀ। ਉਹ ਬਹੁਤ ਸ਼ਾਂਤੀ ਵਿੱਚ ਜੀ ਰਹੇ ਸੀ। ਭਾਵੇਂ ਉਹ ਸ਼ਾਂਤੀ ਨਾਲ ਜਿਉਂਦੇ ਦਿਖਾਈ ਦਿੱਤੇ, ਪਰ ਉਹਨਾਂ ਲਈ ਕੁਝ ਉਡੀਕ ਕਰ ਰਿਹਾ ਸੀ। ਇਹ ਇੱਕ ਅਜਿਹੇ ਹਾਲਾਤ ਸੀ ਜੋ ਉਹਨਾਂ ਦੇ ਸੱਚੇ ਵਿਸ਼ਵਾਸ ਨੂੰ ਪ੍ਰਗਟ ਅਤੇ ਉਜਾਗਰ ਕਰਦੇ ਸੀ। ਭੋਜਨ ਅਤੇ ਪਾਣੀ ਮਨੁੱਖ ਦੀ ਮੌਜੂਦਗੀ ਲਈ ਜ਼ਰੂਰੀ ਹੈ। ਫਿਰ ਵੀ ਇਹ ਦੋ ਜ਼ਰੂਰੀ ਚੀਜ਼ਾਂ ਜੰਗਲ ਵਿੱਚ ਨਹੀਂ ਸੀ। ਦੂਜੇ ਪਾਸੇ ਮਿਸਰ ਵਿੱਚ ਭਾਵੇਂ ਉਹ ਗੁਲਾਮ ਸੀ, ਪਰ ਉਹਨਾਂ ਲਈ ਖਾਣ ਅਤੇ ਪੀਣ ਲਈ ਬਹੁਤ ਕੁਝ ਸੀ। ਉੱਥੇ ਹਮੇਸ਼ਾ ਭਰਪੂਰ ਭੋਜਨ ਸੀ। ਇਸ ਦੇ ਉਲਟ ਆਪਣੀ ਆਜ਼ਾਦੀ ਪ੍ਰਾਪਤ ਕਰਨ ਅਤੇ ਲਾਲ ਸਮੁੰਦਰ ਨੂੰ ਪਾਰ ਕਰਨ ਤੋਂ ਬਾਅਦ ਉਹ ਉਸ ਜੰਗਲ ਵਿੱਚ ਆਏ ਜਿੱਥੇ ਭੋਜਨ ਅਤੇ ਪਾਣੀ ਨਹੀਂ ਸੀ। ਪਰਮੇਸ਼ਵਰ ਦੀ ਸ਼ਕਤੀ ਨੂੰ ਵੇਖਣ ਦੇ ਬਾਵਜੂਦ ਜਦੋਂ ਇਹ ਅਣਉਚਿਤ ਹਾਲਾਤ ਉਹਨਾਂ ਉੱਤੇ ਆਏ ਤਾਂ ਉਸ ਵੇਲੇ ਉਹਨਾਂ ਦੇ ਵਿਚਾਰ ਪੂਰੀ ਤਰ੍ਹਾਂ ਬਦਲ ਗਏ। ਉਹ ਘੋਸ਼ਣਾ ਕਰਦੇ ਸੀ, ਸਾਡੇ ਪਰਮੇਸ਼ਵਰ ਸਭ ਤੋਂ ਉੱਤਮ ਹਨ। ਪਰ ਜੰਗਲ ਵਿੱਚ ਉਹਨਾਂ ਦਾ ਕਮਜ਼ੋਰ ਵਿਸ਼ਵਾਸ ਉਜਾਗਰ ਹੋਇਆ। ਫਿਰ ਪਰਮੇਸ਼ਵਰ ਨੇ ਕਿਹਾ, ਉਹਨਾਂ ਕੋਲ ਕੋਈ ਵਿਸ਼ਵਾਸ ਨਹੀਂ ਹੈ। ਜੇਕਰ ਉਹਨਾਂ ਕੋਲ ਵਿਸ਼ਵਾਸ ਹੁੰਦਾ ਤਾਂ ਉਹ ਇਸ ਤਰ੍ਹਾਂ ਕਿਵੇਂ ਵਰਤਾਵ ਕਰ ਸਕਦੇ ਹਨ? ਕਿ ਜੰਗਲ ਦਾ ਜੀਵਨ ਸਾਨੂੰ ਇਹ ਪ੍ਰਤੀਬਿੰਬਿਤ ਕਰਨ ਦਾ ਮੌਕਾ ਨਹੀਂ ਦਿੰਦਾ ਕਿ ਸਾਨੂੰ ਵਿਸ਼ਵਾਸ ਦੇ ਰਾਹ ਉੱਤੇ ਕਿਵੇਂ ਚੱਲਣਾ ਚਾਹੀਦਾ ਹੈ। ਬਾਈਬਲ ਸਿਖਾਉਂਦੀ ਹੈ ਕਿ ਜੰਗਲ ਵਿੱਚ ਉਹਨਾਂ ਦਾ ਜੀਵਨ ਸਾਡੇ ਲਈ ਉਦਾਹਰਨ ਅਤੇ ਪਰਛਾਵੇਂ ਦਾ ਕੰਮ ਕਰਦਾ ਹੈ। ਜੇਕਰ ਪਰਮੇਸ਼ਵਰ ਨੇ ਉਹਨਾਂ ਨੂੰ ਇੱਕ ਬਿਹਤਰ ਵਾਤਾਵਰਣ ਦਿੱਤਾ ਹੁੰਦਾ ਅਤੇ ਉਹਨਾਂ ਨੂੰ ਚੰਗੇ ਹਾਲਾਤਾਂ ਦੁਆਰਾ ਅੱਗੇ ਵਧਾਇਆ ਹੁੰਦਾ, ਫਿਰ ਇਜ਼ਰਾਈਲੀਆਂ ਨੇ ਸ਼ਿਕਾਇਤ ਨਾ ਕੀਤੀ ਹੁੰਦੀ। ਭਾਵੇਂ ਪਰਮੇਸ਼ਵਰ ਨੇ ਉਹਨਾਂ ਨੂੰ ਆਜ਼ਾਦੀ ਦਿੱਤੀ, ਪਰ ਜਦੋਂ ਉਹਨਾਂ ਨੂੰ ਬਿਨਾਂ ਕਿਸੇ ਭੋਜਨ ਜਾਂ ਪਾਣੀ ਵਾਲੇ ਵਾਤਾਵਰਣ ਵਿੱਚ ਰੱਖਿਆ ਗਿਆ ਤਾਂ ਉਹ ਪਰਮੇਸ਼ਵਰ ਬਾਰੇ ਭੁੱਲ ਗਏ। ਇਹਨਾਂ ਹਾਲਾਤਾਂ ਵਿੱਚ ਉਹਨਾਂ ਦੇ ਮਨ ਖਾਲੀ ਹੋ ਗਏ ਅਤੇ ਉਹ ਪਰਮੇਸ਼ਵਰ ਦੀ ਸ਼ਕਤੀ, ਅਧਿਕਾਰ ਅਤੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਭੁੱਲ ਗਏ। ਸਾਰੇ ਲੋਕੋ, ਵਿਵਸਥਾਸਾਰ ਅਧਿਆਇ 8 ਸਿਰਫ ਇੱਕ ਇਤਿਹਾਸ ਨਹੀਂ ਹੈ ਕਿ 3500 ਸਾਲ ਪਹਿਲਾਂ ਕੀ ਹੋਇਆ ਸੀ। ਅੱਜ ਸਾਨੂੰ ਉਹਨਾਂ ਨਾਲ ਆਪਣੇ ਵਿਸ਼ਵਾਸ ਦੀ ਤੁਲਨਾ ਕਰਨ ਦੀ ਲੋੜ ਹੈ ਕਿ ਅਸੀਂ ਉਹਨਾਂ ਤੋਂ ਅਲੱਗ ਹਾਂ ਜਾਂ ਨਹੀਂ। ਆਓ ਅਸੀਂ ਵਿਵਸਥਾਸਾਰ ਅਧਿਆਇ 8 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਵਰ੍ਹੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ। ਸਾਨੂੰ ਹਮੇਸ਼ਾ ਆਪਣੇ ਆਪ ਨੂੰ ਯਾਦ ਕਰਾਉਣਾ ਚਾਹੀਦਾ ਹੈ ਕਿ ਜੰਗਲ ਵਿੱਚ ਕੀ ਹੋਇਆ ਸੀ। ਇਹ ਸੰਦੇਸ਼ ਸਿਰਫ ਉਹਨਾਂ ਦਿਨਾਂ ਵਿੱਚ ਇਜ਼ਰਾਈਲੀਆਂ ਲਈ ਨਹੀਂ ਸੀ। ਯੀਸ਼ੂ ਨੇ ਸਾਨੂੰ ਇਹ ਕਹਿੰਦੇ ਹੋਏ ਕਿ ਜੋ ਮੈਂ ਤੁਹਾਨੂੰ ਕਹਿੰਦਾ ਉਹੀ ਸਾਰਿਆਂ ਨੂੰ ਕਹਿੰਦਾ ਸਿਖਾਇਆ ਗਿਆ ਕਿ ਇਹ ਸੰਦੇਸ਼ ਸਭ ਲਈ ਹੈ ਕਿ ਪਰਮੇਸ਼ਵਰ ਨੇ ਇਜ਼ਰਾਈਲ ਦੇ ਲੋਕਾਂ ਦੇ ਇਤਿਹਾਸ ਦੇ ਦੁਆਰਾ ਪੂਰੀ ਦੁਨੀਆ ਨੂੰ ਆਪਣੀ ਮਰਜ਼ੀ ਬਾਰੇ ਜਾਣਨ ਨਹੀਂ ਦਿੱਤਾ। ਇਜ਼ਰਾਈਲ ਦੇ ਲੋਕਾਂ ਦੇ ਬਾਰੇ ਪਰਮੇਸ਼ਵਰ ਸਾਨੂੰ ਕੀ ਕਰਨ ਲਈ ਕਹਿ ਰਹੇ ਹਨ? ਸਾਨੂੰ ਜੰਗਲ ਵਿੱਚ ਇਜ਼ਰਾਈਲੀਆਂ ਦੇ 40 ਸਾਲਾਂ ਦੀ ਯਾਤਰਾ ਨੂੰ
ਨਹੀਂ ਭੁੱਲਣਾ ਚਾਹੀਦਾ। ਸਾਨੂੰ ਇਸ ਨੂੰ ਹਰ ਦਿਨ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਸਾਡੇ ਵਿਸ਼ਵਾਸ ਨੂੰ ਮਾਪਣ ਅਤੇ ਟੈਸਟ ਕਰਨ ਲਈ ਇੱਕ ਉਪਕਰਨ ਦੇ ਰੂਪ ਵਿੱਚ ਉਪਯੋਗ ਕਰਨਾ ਚਾਹੀਦਾ ਹੈ। ਇਹ ਵਚਨ 2 ਵਿੱਚ ਲਿਖਿਆ ਹੈ, ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਵਰੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਕੀ ਕਰੇ? ਪਰਖੇ। ਪਰਮੇਸ਼ਵਰ ਨੇ ਕਿਵੇਂ ਪਰਖਿਆ? ਆਖਰਕਾਰ ਪਰਮੇਸ਼ਵਰ ਨੇ ਕਿਸ ਦੀ ਪਰੀਖਿਆ ਕੀਤੀ? ਇਸ ਸਮੇਂ ਪਰਮੇਸ਼ਵਰ ਆਤਮਿਕ ਇਜ਼ਰਾਈਲੀਆਂ ਦੇ ਵਿਸ਼ਵਾਸ ਦੀ ਪਰੀਖਿਆ ਲੈ ਰਹੇ ਹਨ, ਜੋ ਵਿਸ਼ਵਾਸ ਦੇ ਜੰਗਲ ਵਿੱਚ ਚੱਲ ਰਹੇ ਹਨ। ਪਰਮੇਸ਼ਵਰ ਹੁਣ ਸਾਡੇ ਵਿਸ਼ਵਾਸ ਨੂੰ ਮਾਪ ਅਤੇ ਪਰਖ ਰਹੇ ਹਨ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੇ ਭਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਇਹ ਜਾਣਨ ਲਈ ਕਿ ਸਾਡੇ ਮਨ ਵਿੱਚ ਕੀ ਹੈ, ਪਰਮੇਸ਼ਵਰ ਸਾਨੂੰ ਵੱਖ-ਵੱਖ ਹਾਲਾਤਾਂ ਤੋਂ ਲੰਘਣ ਦੀ ਇਜਾਜ਼ਤ ਦਿੰਦੇ ਹਨ। ਵਚਨ 3, ਪਰਮੇਸ਼ਵਰ ਨੇ ਕੀ ਕੀਤਾ? ਉਸਨੇ ਤੁਹਾਨੂੰ ਅਧੀਨ ਕੀਤਾ ਅਤੇ ਉਹਨਾਂ ਨੂੰ ਹੋਰ ਕੀ ਕੀਤਾ? ਤੁਹਾਨੂੰ ਭੁੱਖੇ ਹੋਣ ਦਿੱਤਾ। ਜਦੋਂ ਵਾਤਾਵਰਣ ਬਦਲ ਗਿਆ ਤਾਂ ਇਹ ਪ੍ਰਗਟ ਹੋਇਆ ਕਿ ਉਹਨਾਂ ਦੇ ਵਿਸ਼ਵਾਸ ਦਾ ਘਰ ਰੇਤ ਉੱਤੇ ਬਣਿਆ ਸੀ ਜਾਂ ਪੱਥਰ ਉੱਤੇ। ਜਦੋਂ ਵਾਤਾਵਰਣ ਬਦਲਦਾ ਹੈ ਤਾਂ ਇਹ ਪਰਮੇਸ਼ਵਰ ਦੇ ਲੋਕਾਂ ਲਈ ਫੈਸਲੇ ਦਾ ਇੱਕ ਮਹੱਤਵਪੂਰਨ ਵੇਲਾ ਬਣ ਜਾਂਦਾ ਹੈ। ਸਾਨੂੰ ਜੰਗਲ ਵਿੱਚ 40 ਸਾਲਾਂ ਦੀ ਯਾਤਰਾ ਨੂੰ ਯਾਦ ਰੱਖਣਾ ਚਾਹੀਦਾ ਹੈ। ਉਸਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ, ਅਤੇ ਉਹ ਮਨ ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ, ਤਾਂ ਜੋ ਤੁਹਾਨੂੰ ਸਿਖਾਵੇ ਭਈ ਆਦਮੀ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾ ਦੇ ਮੂੰਹੋਂ ਨਿਕਲਦਾ ਹੈ ਆਦਮੀ ਜਿਉਂਦਾ ਰਹੇਗਾ। ਇਹਨਾਂ 40 ਵਰਿਆਂ ਵਿੱਚ ਨਾ ਤੁਹਾਡੇ ਉੱਪਰਲੇ ਵਸਤਰ ਹੰਡੇ, ਨਾ ਤੁਹਾਡੇ ਪੈਰ ਸੁੱਜੇ। ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ ਹੈ, ਤਿਵੇਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਤਾੜਦਾ ਰਿਹਾ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ, ਤਾਂ ਜੋ ਉਸ ਦੀਆਂ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ। ਆਖਰਕਾਰ ਅਜਿਹਾ ਕਰਨ ਨਾਲ ਕੀ ਹੋਵੇਗਾ? ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆ ਰਿਹਾ ਹੈ, ਇੱਕ ਧਰਤੀ ਜਿੱਥੇ ਪਾਣੀ ਦੇ ਨਾਲੇ, ਚਸ਼ਮੇ ਅਤੇ ਡੂੰਘੇ ਸੋਤੇ ਹਨ ਜਿਹੜੇ ਦੂਣਾ ਅਤੇ ਪਹਾੜਾਂ ਵਿੱਚ ਵਗਦੇ ਹਨ, ਇੱਕ ਧਰਤੀ ਜਿੱਥੇ ਕਣਕ, ਜੌ, ਅੰਗੂਰ, ਹੰਜੀਰ ਅਤੇ ਅਨਾਰ ਹੁੰਦੇ ਹਨ, ਇੱਕ ਧਰਤੀ ਜਿੱਥੇ ਜੈਤੂਨ ਦਾ ਤੇਲ ਅਤੇ ਸ਼ਹਿਦ ਹੁੰਦਾ ਹੈ, ਇੱਕ ਧਰਤੀ ਜਿਹਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੁੜ ਨਾ ਹੋਵੇਗੀ, ਇੱਕ ਧਰਤੀ ਜਿਹਦੇ ਪੱਥਰ ਲੋਹੇ ਦੇ ਹਨ ਅਤੇ ਜਿਹਦੀ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ। ਤੁਸੀਂ ਰੱਜ ਕੇ ਖਾਓਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਉਸ ਚੰਗੀ ਧਰਤੀ ਦੇ ਕਾਰਨ ਜਿਹੜੀ ਉਸ ਤੁਹਾਨੂੰ ਦਿੱਤੀ ਮੁਬਾਰਕ ਆਖੋਗੇ। ਦੁੱਧ ਅਤੇ ਸ਼ਹਿਦ ਵਗਣ ਵਾਲੇ ਕਨਾਨ ਦੇਸ਼ ਵਿੱਚ ਇਜ਼ਰਾਈਲੀਆਂ ਦੀ ਇਸ ਰਾਹ ਦੇ ਦੁਆਰਾ ਅਗਵਾਈ ਕਰਨ ਵਿੱਚ ਪਰਮੇਸ਼ਵਰ ਦੀ ਕੀ ਮਰਜ਼ੀ ਸੀ? ਇਹ ਉਹਨਾਂ ਨੂੰ ਆਸ਼ੀਸ਼ ਦੇਣ ਲਈ ਸੀ, ਸਾਨੂੰ ਉਸ ਦੁਨੀਆ ਵਿੱਚ ਲਿਜਾਣ ਲਈ ਜਿੱਥੇ ਅਸੀਂ ਪਰਮੇਸ਼ਵਰ ਦੀ ਸਤੁਤੀ ਕਰਾਂਗੇ। ਉਹਨਾਂ ਨੇ ਵਿਸ਼ਵਾਸ ਦੇ ਜੰਗਲ ਵਿੱਚ ਸਾਡੀ ਯਾਤਰਾ ਵਿਚਕਾਰ ਕੀ ਰੱਖਿਆ ਹੈ? ਇੱਕ ਪਰੀਖਿਆ। ਪਰਮੇਸ਼ਵਰ ਨੇ ਕਿਹਾ ਕਿ ਸਾਰਿਆਂ ਦੀ ਪਰੀਖਿਆ ਲਈ ਜਾਵੇਗੀ, ਇਹ ਜਾਂਚਣ ਲਈ ਕਿ ਇਜ਼ਰਾਈਲੀ ਦੁੱਧ ਅਤੇ ਸ਼ਹਿਦ ਵਗਣ ਵਾਲੇ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹਨ ਜਾਂ ਨਹੀਂ। ਪਰਮੇਸ਼ਵਰ ਨੇ ਜੰਗਲ ਵਿੱਚ ਪੂਰੇ 40 ਸਾਲਾਂ ਵਿੱਚ ਭੁੱਖ, ਪਿਆਸ, ਵੱਖ-ਵੱਖ ਪ੍ਰਕਾਰ ਦੀਆਂ ਮੁਸ਼ਕਲਾਂ ਅਤੇ ਔਖੇ ਹਾਲਾਤਾਂ ਨਾਲ ਉਹਨਾਂ ਦੇ ਵਿਸ਼ਵਾਸ ਦੀ ਪਰੀਖਿਆ ਲਈ। ਪਰਮੇਸ਼ਵਰ ਇਹ ਵੀ ਦੇਖਣਾ ਚਾਹੁੰਦੇ ਸੀ ਕਿ ਉਹ ਮੂਰਤੀਆਂ ਦੀ ਪੂਜਾ ਕਰਨਗੇ ਜਾਂ ਨਹੀਂ। ਜੰਗਲ ਵਿੱਚ 40 ਸਾਲਾਂ ਤੱਕ ਹਰ ਪ੍ਰਕਾਰ ਦੇ ਹਾਲਾਤ ਪ੍ਰਗਟ ਹੋਏ। ਪਰਮੇਸ਼ਵਰ ਉਹਨਾਂ ਦੇ ਮੂੰਹ ਤੋਂ ਨਿਕਲੀ ਹਰ ਗੱਲ ਸੁਣ ਰਹੇ ਸੀ। ਅਸੀਂ ਭੋਜਨ ਦੇ ਬਿਨਾਂ ਕਿਵੇਂ ਰਹਿ ਸਕਦੇ ਹਾਂ, ਜਦਕਿ ਸਾਡੇ ਕੋਲ ਜਾਣ ਲਈ ਇੰਨਾ ਲੰਬਾ ਰਸਤਾ ਹੈ? ਕਾਸ਼ ਅਸੀਂ ਮਿਸਰ ਵਿੱਚ ਹੀ ਰਹਿੰਦੇ। ਇਹ ਉਦੋਂ ਸੀ ਜਦੋਂ ਪਰਮੇਸ਼ਵਰ ਨੇ ਪੁਸ਼ਟੀ ਕੀਤੀ ਕਿ ਪਰਮੇਸ਼ਵਰ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਕੀ ਸੀ। ਕੀ ਉਹਨਾਂ ਨੇ ਕਨਾਨ ਦੇਸ਼ ਵਿੱਚ ਪ੍ਰਵੇਸ਼ ਕੀਤਾ? ਨਹੀਂ, ਉਹਨਾਂ ਵਿੱਚੋਂ ਕੋਈ ਵੀ ਪ੍ਰਵੇਸ਼ ਨਹੀਂ ਕਰ ਸਕਿਆ। ਪਰਮੇਸ਼ਵਰ ਦੇ ਸ਼ਾਨਦਾਰ ਚਮਤਕਾਰਾਂ ਨੂੰ ਦੇਖਦੇ ਹੋਏ ਜੋ ਮਨੁੱਖ ਮਿਸਰ ਤੋਂ ਨਿਕਲ ਆਏ ਹਨ, ਉਹਨਾਂ ਵਿੱਚੋਂ ਜਿਹੜੇ 20 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ, ਸਿਰਫ ਯਹੋਸ਼ੂਆ ਅਤੇ ਕਾਲਬ ਸੀ ਜਿਨ੍ਹਾਂ ਨੇ ਕਨਾਨ ਦੇਸ਼ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਕੀ ਅਸੀਂ ਇਹ ਨਹੀਂ ਸਮਝ ਸਕਦੇ ਕਿ ਸਿਰਫ ਇਹਨਾਂ ਦੋ ਪੁਰਖਾਂ ਕੋਲ ਹੀ ਪਰਮੇਸ਼ਵਰ ਉੱਤੇ ਸੰਪੂਰਨ ਵਿਸ਼ਵਾਸ ਸੀ? ਆਓ ਅਸੀਂ ਹਮੇਸ਼ਾ ਘੋਸ਼ਣਾ ਕਰੀਏ, ਸਾਡੇ ਪਰਮੇਸ਼ਵਰ ਸਭ ਤੋਂ ਉੱਤਮ ਹਨ। ਭਾਵੇਂ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਜੇਕਰ ਸਾਡੇ ਉੱਤੇ ਸਾਡੇ ਵੈਰੀਆਂ ਦੁਆਰਾ ਹਮਲਾ ਹੋ ਰਿਹਾ ਹੋਵੇ, ਫਿਰ ਵੀ ਸਾਨੂੰ ਕਹਿਣਾ ਚਾਹੀਦਾ ਹੈ ਪਰਮੇਸ਼ਵਰ ਸਾਡੇ ਨਾਲ ਹਨ।
ਸਾਡੇ ਪਰਮੇਸ਼ਰ ਸਿਯੋਨ ਵਿੱਚ ਰਹਿੰਦੇ ਹਨ। ਅੰਤ ਤੱਕ ਹਰ ਸਮੇਂ ਯਹੋਸ਼ੂਆ ਅਤੇ ਕਾਲਬ ਨੇ ਪਰਮੇਸ਼ਰ ਨੂੰ ਯਾਦ ਰੱਖਿਆ ਅਤੇ ਉਹਨਾਂ ਦੀ ਅਗਵਾਈ ਦਾ ਪਾਲਨ ਕੀਤਾ। ਇਹਨਾਂ ਦੋਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਆਪਣੇ ਹਾਲਾਤਾਂ ਦੇ ਅੱਗੇ ਗੋਡੇ ਟੇਕ ਦਿੱਤੇ। 12 ਜਸੂਸਾਂ ਦੀ ਕਹਾਣੀ ਨਾਲ ਵੀ ਅਜਿਹਾ ਹੀ ਹੈ। ਯਹੋਸ਼ੂਆ ਅਤੇ ਕਾਲਬ ਵੀ 12 ਜਸੂਸਾਂ ਵਿੱਚੋਂ ਸੀ। ਕਨਾਨ ਦੇਸ਼ ਵਿੱਚ ਸਾਰਿਆਂ ਦੇ ਪ੍ਰਵੇਸ਼ ਕਰਨ ਤੋਂ ਪਹਿਲਾਂ ਮੂਸਾ ਨੇ 12 ਜਾਸੂਸਾਂ ਨੂੰ ਇਹ ਦੇਖਣ ਲਈ ਭੇਜਿਆ ਕਿ ਕਨਾਨ ਦੇਸ਼ ਕਿਸ ਤਰ੍ਹਾਂ ਦਾ ਹੈ। ਬਾਈਬਲ ਦੇ ਅਨੁਸਾਰ ਉਹ ਪ੍ਰਧਾਨ ਸੀ ਜਿਨ੍ਹਾਂ ਦੇ ਕੋਲ ਆਪਣੇ ਹਰ ਗੋਤ ਵਿੱਚੋਂ ਸਭ ਤੋਂ ਵੱਡਾ ਵਿਸ਼ਵਾਸ ਸੀ। ਉਹਨਾਂ ਨੇ ਦੇਸ਼ ਦਾ ਭੇਤ ਲਿਆ, ਫਿਰ ਵੀ ਉਹਨਾਂ ਵਿੱਚੋਂ 10 ਨੇ ਹਾਲਾਤਾਂ ਦੇ ਸਾਹਮਣੇ ਗੋਡੇ ਟੇਕ ਦਿੱਤੇ। ਉਹਨਾਂ ਨੇ ਕਿਹਾ, ਸ਼ਹਿਰ ਅਭੇਤ ਹੈ, ਸਾਡੇ ਲਈ ਉਹਨਾਂ ਨੂੰ ਹਰਾਣਾ ਅਸੰਭਵ ਹੈ। ਅਸੀਂ ਆਪਣੇ ਦੁਸ਼ਮਣਾਂ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦੇ। ਉੱਥੇ ਸਾਰੇ ਲੋਕ ਵੱਡੇ ਸੌਦੇ ਕਰਨ ਵਾਲੇ ਹਨ ਅਤੇ ਉਹਨਾਂ ਨੂੰ ਹਰਾਉਣ ਦੀ ਸੰਭਾਵਨਾ ਲਗਭਗ ਜ਼ੀਰੋ ਹੈ। ਉਹਨਾਂ ਦੇ ਵਿਸ਼ਵਾਸ ਨੂੰ ਦੇਖਣ ਲਈ ਪਰਮੇਸ਼ਵਰ ਨੇ ਅਜਿਹੇ ਹਾਲਾਤ ਬਣਾਏ। ਯਹੋਸ਼ੂਆ ਅਤੇ ਕਾਲਬ ਨੇ ਉਹਨਾਂ ਲੋਕਾਂ ਦੇ ਬਾਰੇ ਕੀ ਕਿਹਾ ਜੋ ਦੂਸਰਿਆਂ ਦੁਆਰਾ ਮਹਾਨ ਮੰਨੇ ਜਾਂਦੇ ਸੀ। ਉਹ ਸਾਡੀ ਰੋਟੀ ਹੋਣਗੇ, ਉਹ ਕੁਝ ਵੀ ਨਹੀਂ ਹਨ। ਉਹਨਾਂ ਦਾ ਦੇਵਤਾ ਉਹਨਾਂ ਦੇ ਉੱਪਰੋਂ ਹਟ ਗਿਆ ਹੈ ਅਤੇ ਉਹ ਸਾਡੇ ਸਾਹਮਣੇ ਕੁਝ ਵੀ ਨਹੀਂ ਹਨ। ਕੀ ਸਰਬ ਸ਼ਕਤੀਮਾਨ ਪਰਮੇਸ਼ਵਰ ਸਾਡੇ ਨਾਲ ਨਹੀਂ ਹਨ? ਭਾਵੇਂ ਸਾਡੀ ਸੈਨਾ ਕਮਜ਼ੋਰ ਦਿਖਦੀ ਹੋਵੇ, ਪਰ ਪਰਮੇਸ਼ਵਰ ਸਾਡੀ ਅਗਵਾਈ ਕਰ ਰਹੇ ਹਨ। ਭਰਾਵੋ ਅਤੇ ਭੈਣੋ, ਇਹਨਾਂ ਹਾਲਾਤਾਂ ਵਿੱਚ ਇੱਕ ਸਮੂਹ ਨੇ ਕਿਹਾ, ਹਾਰ ਮੰਨ ਲੈਂਦੇ ਹਾਂ, ਇਹ ਕੁਝ ਅਜਿਹਾ ਹੈ ਜਿਸ ਨੂੰ ਅਸੀਂ ਨਹੀਂ ਕਰ ਸਕਦੇ। ਦੂਸਰੇ ਸਮੂਹ ਦੇ ਬਾਰੇ ਕੀ? ਉਹ ਸੱਚ ਨਹੀਂ ਹੈ ਕਿਉਂਕਿ ਪਰਮੇਸ਼ਵਰ ਸਾਡੇ ਨਾਲ ਹਨ। ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਹਮੇਸ਼ਾ ਉਹਨਾਂ ਦੇ ਵਿਸ਼ਵਾਸ ਦੇ ਜੀਵਨ ਦੀ ਝਲਕ ਦੇਖਣੀ ਚਾਹੀਦੀ ਹੈ ਜਦੋਂ ਉਹ ਜੰਗਲ ਵਿੱਚ ਸੀ। ਆਓ ਅਸੀਂ ਇਸ ਸਬਕ ਨੂੰ ਕਦੇ ਨਾ ਭੁੱਲੀਏ ਅਤੇ ਪਰਮੇਸ਼ਵਰ ਦਾ ਪਾਲਨ ਕਰੀਏ ਜੋ ਸਾਡੇ ਨਾਲ ਪਿਆਰ ਕਰਦੇ ਹਨ ਅਤੇ ਸਾਰੇ ਹਾਲਾਤਾਂ ਵਿੱਚੋਂ ਸ਼ਾਂਤੀ ਨਾਲ ਸਾਡੀ ਅਗਵਾਈ ਕਰਦੇ ਹਨ, ਤਾਂ ਜੋ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। ਭਾਵੇਂ ਬਹੁਤ ਸਾਰੇ ਲੋਕ ਬਾਹਰੀ ਹਾਲਾਤਾਂ ਤੋਂ ਡਰਦੇ ਹਨ, ਇਸ ਕਰਕੇ ਪਰਮੇਸ਼ਵਰ ਦੀਆਂ ਸੰਤਾਨਾਂ ਦੇ ਰੂਪ ਵਿੱਚ ਸਾਨੂੰ ਉਹਨਾਂ ਨੂੰ ਦਿਲਾਸਾ ਅਤੇ ਉਤਸ਼ਾਹ ਦੇਣਾ ਚਾਹੀਦਾ ਹੈ ਨਾ? ਆਓ ਅਸੀਂ ਇਬਰਾਨੀਆਂ ਅਧਿਆਇ 11 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ ਅਤੇ ਇਸੇ ਵਿਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ। ਨਿਸ਼ਚਾ ਨਾਲ ਅਸੀਂ ਜਾਣਦੇ ਹਾਂ ਭਾਈ ਜਗਤ ਪਰਮੇਸ਼ਵਰ ਦੇ ਫਰਮਾਨ ਨਾਲ ਸਾਜਿਆ ਗਿਆ ਅਤੇ ਜੋ ਕੁਝ ਵੇਖਣ ਵਿੱਚ ਆਉਂਦਾ ਹੈ ਜੋ ਡਿੱਠੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ ਹੈ। ਨਿਸ਼ਚਾ ਨਾਲ ਹਾਬਲ ਨੇ ਕਾਇਨ ਨਾਲੋਂ ਪਰਮੇਸ਼ਵਰ ਅੱਗੇ ਉੱਤਮ ਬਲੀਦਾਨ ਚੜਾਇਆ, ਜਿਸ ਕਰਕੇ ਇਹ ਸਾਖੀ ਦਿੱਤੀ ਗਈ ਭਾਈ ਉਹ ਧਰਮੀ ਹੈ ਕਿ ਜੋ ਪਰਮੇਸ਼ਵਰ ਨੇ ਉਹਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ ਅਤੇ ਉਸ ਨਿਸ਼ਚਾ ਦੇ ਰਾਹੀਂ ਉਹ ਹੁਣ ਤਿੱਕਰ ਬੋਲਦਾ ਹੈ ਭਾਵੇਂ ਉਹ ਮਰ ਗਿਆ। ਨਿਸ਼ਚਾ ਨਾਲ ਹਨੋਕ ਉਤਾਂਹ ਚੁੱਕਿਆ ਗਿਆ ਭਾਈ ਮੌਤ ਨਾ ਵੇਖੇ ਅਤੇ ਉਹਦਾ ਪਤਾ ਨਾ ਲੱਗਾ, ਇਸ ਲਈ ਜੋ ਪਰਮੇਸ਼ਵਰ ਨੇ ਉਹਨੂੰ ਉਤਾਂਹ ਚੁੱਕ ਲਿਆ ਕਿਉਂ ਜੋ ਉਹਦੇ ਉਤਾਂਹ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਭਾਈ ਉਹ ਪਰਮੇਸ਼ਵਰ ਦੇ ਮਨ ਪਾਉਂਦਾ ਹੈ ਅਤੇ ਨੇਚਾ ਬਾਝੋਂ ਕੀ ਅਨਹੋਣਾ ਹੈ, ਉਹਦੇ ਮਨ ਨੂੰ ਪਾਉਣਾ ਅਨਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ਵਰ ਦੇ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਾਈ ਉਹ ਹੈ, ਨਾਲੇ ਇਹ ਭਾਈ ਉਹ ਆਪਣਿਆਂ ਤਾਲਿਬਾਂ ਦਾ ਫਲ ਦਾਤਾ ਹੈ। ਸ਼ਾਂਤੀਪੂਰਨ ਸਮੇਂ ਵਿੱਚ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ, ਆਰਾਧਨਾ ਕਰਨਾ, ਪੂਰੀ ਕੋਸ਼ਿਸ਼ ਨਾਲ ਪ੍ਰਾਰਥਨਾ ਕਰਨਾ ਅਤੇ ਸਾਡੇ ਵਿਸ਼ਵਾਸ ਨੂੰ ਅਮਲ ਵਿੱਚ ਲਿਆਉਣਾ ਸੌਖਾ ਹੁੰਦਾ ਹੈ। ਪਰ ਜੇਕਰ ਅਸੀਂ ਹਾਲਾਤਾਂ ਨੂੰ ਸੰਸਾਰਿਕ ਮਿਆਰਾਂ ਦੁਆਰਾ ਮਾਪਦੇ ਹਾਂ ਤਾਂ ਇਹ ਦਿਖਾਉਂਦਾ ਹੈ ਕਿ ਅਸੀਂ ਪਰਮੇਸ਼ਵਰ ਨੂੰ ਭੁੱਲ ਗਏ ਹਾਂ। 12 ਜਸੂਸਾਂ ਵਿੱਚੋਂ ਯਹੋਸ਼ੂਆ ਅਤੇ ਕਾਲਬ ਕਦੇ ਪਰਮੇਸ਼ਵਰ ਨੂੰ ਨਹੀਂ ਭੁੱਲੇ। ਉਹ ਹਮੇਸ਼ਾ ਪਰਮੇਸ਼ਵਰ ਦੇ ਨਾਲ ਚੱਲੇ। ਉਹ ਪਰਮੇਸ਼ਵਰ, ਜਦੋਂ ਅਸੀਂ ਯਰੀਹੋ ਨਗਰ ਗਏ ਸੀ, ਉੱਥੇ ਰਹਿਣ ਵਾਲੇ ਲੋਕ ਅਸਲ ਵਿੱਚ ਵੱਡੇ ਆਕਾਰ ਦੇ ਸੀ ਅਤੇ ਸ਼ਹਿਰ ਖੁਦ ਹੀ ਬਹੁਤ ਵੱਡੇ ਸੀ। ਪਰ ਤੁਸੀਂ ਸ਼ਕਤੀਮਾਨ ਪਰਮੇਸ਼ਵਰ ਹੋ ਜਿਨ੍ਹਾਂ ਨੇ ਮਜ਼ਬੂਤ ਦੇਸ਼ ਮਿਸਰ ਨੂੰ ਆਪਣੇ ਸਮੁੱਖ ਨਿਵਾਸ ਕਰ ਦਿੱਤਾ। ਇਸ ਤੋਂ ਵੱਧ ਕੇ ਇਹ ਹੈ ਕਿ ਤੁਸੀਂ ਪੂਰਾ ਬ੍ਰਹਮਾਂਡ ਅਤੇ ਉਸ ਵਿੱਚ ਸਭ ਕੁਝ ਬਣਾਇਆ ਹੈ। ਇਸ ਕਰਕੇ ਅਸੀਂ ਪੂਰੀ ਤਰ੍ਹਾਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ। ਸਾਨੂੰ ਵਿਸ਼ਵਾਸ ਹੈ ਕਿ ਤੁਹਾਡੇ ਲਈ ਦੁਨੀਆ ਵਿੱਚ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਕੁਝ ਵੀ ਨਹੀਂ ਹਨ, ਉਹ ਸਾਡੀ ਰੋਟੀ ਹਨ। ਉਹ ਤਾਕਤਵਰ ਦੁਸ਼ਮਣ ਹੁੰਦੇ ਜੇਕਰ ਤੁਸੀਂ ਸਾਡੇ ਪਰਮੇਸ਼ਵਰ ਸਾਡੇ ਨਾਲ ਨਾ ਹੁੰਦੇ, ਪਰ ਕਿਉਂਕਿ
ਤੁਸੀਂ ਸਾਡੇ ਨਾਲ ਹੋ ਤਾਂ ਅਸੀਂ ਪੱਕਾ ਹੀ ਉਹਨਾਂ ਨੂੰ ਨਿਗਲ ਸਕਦੇ ਹਾਂ। ਇਸ ਤਰ੍ਹਾਂ ਉਹਨਾਂ ਕੋਲ ਪਰਮੇਸ਼ਰ ਉੱਤੇ ਦ੍ਰਿੜ ਵਿਸ਼ਵਾਸ ਸੀ। ਇਸ ਲਈ ਪਰਮੇਸ਼ਰ ਨੇ ਵਾਅਦਾ ਕੀਤਾ ਕਿ ਯਹੋਸ਼ੂਆ ਅਤੇ ਕਾਲਬ ਪੱਕਾ ਹੀ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨਗੇ। ਜਦੋਂ ਯੀਸ਼ੂ ਸਰੀਰ ਵਿੱਚ ਧਰਤੀ ਉੱਤੇ ਆਏ ਤਦ ਬਹੁਤ ਸਾਰੇ ਬਿਮਾਰ ਲੋਕ ਉਹਨਾਂ ਨੂੰ ਦੇਖਣ ਆਏ। ਯੀਸ਼ੂ ਨੇ ਉਹਨਾਂ ਨੂੰ ਕੀ ਕਿਹਾ? ਉਹਨਾਂ ਨੇ ਦੋ ਅੰਨੇ ਮਨੁੱਖਾਂ ਨੂੰ ਕਿਹਾ, ਜੇ ਤੁਹਾਡੀ ਨੇਚਾ ਹੈ ਤੁਹਾਡੇ ਲਈ ਤਿਹਾਈ ਹੋਵੇ, ਅਤੇ ਕਿਸੇ ਹੋਰ ਨੂੰ ਕਿਹਾ, ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ। ਸਾਨੂੰ ਵਿਸ਼ਵਾਸ ਨੂੰ ਕਦੇ ਵੀ ਸਧਾਰਨ ਨਹੀਂ ਮੰਨਣਾ ਚਾਹੀਦਾ। ਸਾਨੂੰ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਜਦੋਂ ਤੱਕ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਾਂਗੇ, ਵੱਖ-ਵੱਖ ਹਾਲਾਤ ਸਾਡੇ ਵਿਸ਼ਵਾਸ ਨੂੰ ਪਰਖਣਗੇ ਅਤੇ ਨਾਪਣਗੇ। ਜਦ ਵੀ ਸਾਡੀ ਪ੍ਰੀਖਿਆ ਹੁੰਦੀ ਹੈ ਤਾਂ ਆਓ ਅਸੀਂ ਯਹੋਸ਼ੂਆ ਤੇ ਕਾਲਬ ਦੇ ਬਾਰੇ ਸੋਚੀਏ। ਆਓ ਅਸੀਂ ਪਰਮੇਸ਼ਰ ਨੂੰ ਯਾਦ ਰੱਖੀਏ। ਆਓ ਅਸੀਂ ਕਦੇ ਨਾ ਭੁੱਲੀਏ ਕਿ ਜੰਗਲ ਵਿੱਚ ਕੀ ਹੋਇਆ ਸੀ। ਫਿਰ ਹੀ ਅਸੀਂ ਸਵਰਗੀ ਕਨਾਨ, ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਸਾਡਾ ਸੱਚਾ ਵਿਸ਼ਵਾਸ ਕਦੋਂ ਪ੍ਰਗਟ ਹੋਵੇਗਾ? ਕੁਝ ਵਿਸ਼ੇਸ਼ ਹਾਲਾਤਾਂ ਦੁਆਰਾ ਉਹ ਪ੍ਰਗਟ ਕੀਤਾ ਜਾਵੇਗਾ। ਕਿ ਅਸੀਂ ਪਹਿਲਾਂ ਇਹ ਕਹਾਣੀ ਸਾਂਝੀ ਨਹੀਂ ਕੀਤੀ। ਇੱਕ ਛੋਟਾ ਤਲਾਬ ਸੀ ਜੋ ਸਰਦੀ ਦੇ ਮੌਸਮ ਵਿੱਚ ਜੰਮ ਗਿਆ ਸੀ। ਜੰਮੇ ਹੋਏ ਤਲਾਬ ਦੇ ਉੱਪਰ ਪੱਥਰ, ਟਹਿਣੀਆਂ, ਡਿੱਗੇ ਹੋਏ ਪੱਤੇ ਅਤੇ ਧਾਤੂ ਦੇ ਕੁਝ ਟੁਕੜੇ ਵੀ ਸੀ। ਹਾਲਾਂਕਿ ਹਾਲਾਤ ਅਚਾਨਕ ਤਬਦੀਲੀਆਂ ਲਈ ਉਪਯੁਕਤ ਹਨ। ਜਦੋਂ ਤਲਾਬ ਜੰਮ ਜਾਂਦਾ ਹੈ ਫਿਰ ਅਸੀਂ ਇਹ ਨਹੀਂ ਦੱਸ ਸਕਦੇ ਕਿ ਕਿਹੜੀ ਵਸਤੂ ਤੈਰਦੀ ਹੈ ਜਾਂ ਫਿਰ ਕਿਹੜੀ ਵਸਤੂ ਪਾਣੀ ਵਿੱਚ ਡੁੱਬ ਜਾਵੇਗੀ। ਸਾਰੀਆਂ ਵਸਤੂਆਂ ਕੁਦਰਤੀ ਰੂਪ ਨਾਲ ਬਰਫ਼ ਦੇ ਉੱਪਰ ਤੈਰਦੀਆਂ ਹਨ, ਪਰ ਜਦੋਂ ਰੁੱਤ ਬਦਲਦੀ ਹੈ ਅਤੇ ਮੌਸਮ ਗਰਮ ਹੋ ਜਾਂਦਾ ਹੈ ਤਾਂ ਬਰਫ਼ ਪਿਘਲ ਜਾਂਦੀ ਹੈ। ਤਦ ਉਹਨਾਂ ਦੀਆਂ ਸੁਭਾਵਿਕ ਵਿਸ਼ੇਸ਼ਤਾਵਾਂ ਪ੍ਰਗਟ ਹੁੰਦੀਆਂ ਹਨ। ਪੱਥਰ ਅਤੇ ਧਾਤੂ ਵਰਗੀਆਂ ਵਸਤੂਆਂ ਦਾ ਕੀ ਹੋਵੇਗਾ? ਉਹ ਪਾਣੀ ਵਿੱਚ ਡੁੱਬ ਜਾਣਗੀਆਂ। ਪੱਤੇ ਅਤੇ ਟਹਿਣੀਆਂ ਬਾਰੇ ਕੀ? ਉਹ ਪਾਣੀ ਦੇ ਉੱਪਰ ਤੈਰਨਗੇ। ਇਸੇ ਤਰ੍ਹਾਂ ਜਦੋਂ ਕੋਈ ਵਿਸ਼ੇਸ਼ ਹਾਲਾਤ ਪੈਦਾ ਹੁੰਦੇ ਹਨ ਫਿਰ ਅਣਡਿੱਠੀ ਦੁਨੀਆ ਵਿੱਚ ਜੋ ਕੁਝ ਵੀ ਅਣਡਿੱਠਾ ਹੈ ਉਹ ਆਪਣੀ ਅਸਲੀ ਪਹਿਚਾਨ ਪ੍ਰਗਟ ਕਰੇਗਾ। ਹੁਣ ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਸਾਰੇ ਵਿਸ਼ਵਾਸ ਰੱਖੀਏ। ਅੱਜ ਆਓ ਅਸੀਂ ਉਹ ਵਿਸ਼ਵਾਸ ਰੱਖੀਏ ਜਿਸ ਤੋਂ ਪਰਮੇਸ਼ਵਰ ਖੁਸ਼ ਹੋ ਸਕਦੇ ਹਨ। ਨਾਲ ਹੀ ਆਓ ਅਸੀਂ ਇਸ ਗੱਲ ਬਾਰੇ ਆਪਣਾ ਵਿਸ਼ਵਾਸ ਕਦੇ ਨਾ ਗਵਾਈਏ ਕਿ ਪਰਮੇਸ਼ਵਰ ਸਾਡੇ ਸੀਓਨ ਵਿੱਚ ਰਹਿੰਦੇ ਹਨ ਅਤੇ ਇਹ ਕਿ ਸਾਡੇ ਪਿਤਾ ਅਤੇ ਮਾਤਾ ਜੀ ਸਾਨੂੰ ਸਦੀਪਕ ਸਵਰਗ ਦੇ ਰਾਜ ਵਿੱਚ ਲੈ ਜਾਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।